ਹੈਲੋ एवरीवन ਗਿਲਸ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 54 ਦੇਖ ਰਹੇ ਹਾਂ। ਠੀਕ ਹੈ, 54 ਦੇਖ ਰਹੇ ਹਾਂ। ਠੀਕ ਹੈ ਫਰੈਂਡਸ, ਅਸੀਂ ਹਰੇਕ ਸੰਡੇ ਦੀ ਤਰ੍ਹਾਂ ਇਸ ਸੰਡੇ ਵੀ ਆਪਾਂ ਟੈਸਟ ਲਵਾਂਗੇ 50 ਬੈਸਟ MCQs ਦਾ। ਬਟ ਅੱਜ ਮੇਰੇ ਕੋਲ 30 ਕੁਐਸਚਨ ਹੀ ਨੇ। ਸੋ ਤੁਸੀਂ ਹੁਣ 30 ਕੁਐਸਚਨ 'ਚ ਮੈਨੂੰ ਦੱਸਣਾ ਹੈ ਕਿ ਤੁਹਾਡੇ ਕਿੰਨੇ ਕੁ ਕੁਐਸਚਨਸ ਠੀਕ ਨੇ। ਠੀਕ ਹੈ, ਜਿਹਦੇ 27 ਪਲੱਸ ਨੇ ਉਹ ਤਾਂ ਵੈਲ ਐਂਡ ਗੁੱਡ ਹੈ। ਠੀਕ ਹੈ, ਉਹਦੀ ਤਿਆਰੀ ਤਾਂ ਬਹੁਤ ਸੋਹਣੀ ਚੱਲ ਰਹੀ ਹੈ। ਠੀਕ ਹੈ ਫਰੈਂਡਸ, ਜਿਹਦਾ 24 ਪਲੱਸ ਹੈ, ਠੀਕ ਹੈ, ਉਹ ਵੀ ਅੱਛਾ ਹੈ। ਠੀਕ ਹੈ, ਉਹਨੇ ਕਾफ़ੀ ਇੰਪਰੂਵਮੈਂਟ ਕੀਤੀ ਹੈ। ਠੀਕ ਹੈ, ਜਿਹਦੇ 20 ਪਲੱਸ ਹੈ ਉਹ ਹੋਰ ਮਿਹਨਤ ਕਰਕੇ ਵਧੀਆ ਨੰਬਰ ਲੈ ਸਕਦਾ ਹੈ। ਮੈਂ ਜਿਹਦੇ 20 ਤੋਂ ਘੱਟ ਹੈ ਉਸ ਨੂੰ ਦੁਬਾਰਾ ਰਿਵੀਜ਼ਨ ਕਰਨ ਦੀ ਲੋੜ ਹੈ। ਠੀਕ ਹੈ, ਦੁਬਾਰਾ ਦੇਖਣ ਦੀ ਲੋੜ ਹੈ ਕਿੱਥੇ ਗਲਤੀ ਕਰ ਰਹੇ ਹੋ। ਠੀਕ ਹੈ ਫਰੈਂਡਸ, ਸੋ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀ ਜਾ ਰਹੀ ਹੈ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਠੀਕ ਹੈ ਫਰੈਂਡਸ, 50 ਅੱਜ 30 MCQs ਹੋਣਗੇ ਬੈਸਟ। ਠੀਕ ਹੈ ਫਰੈਂਡਸ, ਸੋ ਤਿਆਰ ਰਹੋ। ਪਹਿਲਾ ਕੁਐਸਚਨ ਹੈ, ਦ ਜੋਬ ਆਫ ਐਨ ਅਕਾਊਂਟੈਂਟ ਇਜ਼ ਇਨ ਨੇਚਰ। ਦੱਸੋ ਜੋਬ ਕੀ ਹੁੰਦੀ ਹੈ ਆਫ ਐਨ ਅਕਾਊਂਟੈਂਟ ਦੀ। ਜੇ ਆਪਾਂ ਨੇਚਰ ਵਾਈਜ਼ ਦੇਖੀਏ ਤਾਂ ਕਿਹੜੀ ਹੋਏਗੀ ਦੱਸੋ ਇਹਨਾਂ 'ਚੋਂ। ਐਨਾਲੀਟੀਕਲ ਹੁੰਦੀ ਹੈ, ਰੂਟੀਨ ਹੁੰਦੀ ਹੈ, ਕਲੈਰੀਕਲ ਹੁੰਦੀ ਹੈ ਜਾਂ ਨਨ ਆਫ ਦਿਸ। ਜੇ ਤੁਸੀਂ ਅਕਾਊਂਟੈਂਟ ਨੂੰ ਆਪਣੇ ਇਮੈਜੀਨੇਸ਼ਨ 'ਚ ਲਿਆਓ ਤੁਸੀਂ ਕੀ ਸੋਚ ਸਕਦੇ ਹੋ ਕਿ ਇਹ ਕੀ ਕਰਦਾ ਹੋਏਗਾ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆ ਜਾਏਗਾ ਇਹ ਆਪਸ਼ਨ। ਠੀਕ ਹੈ ਫਰੈਂਡਸ, ਉਹਦੀ ਜੋਬ ਇਨ ਨੇਚਰ ਕੀ ਹੈ, ਐਨਾਲੀਟੀਕਲ ਹੈ। ਠੀਕ ਹੈ, ਐਨਾਲਾਈਜ਼ ਕਰਦਾ ਹਰੇਕ ਚੀਜ਼ ਨੂੰ। ਠੀਕ ਹੈ, ਬਿਜ਼ਨਸ ਦੇ ਐਸੈਟਸ ਐਨਾਲਾਈਜ਼ ਕਰੇਗਾ, ਐਕਚੁਅਲ 'ਚ ਕਿੰਨੇ ਬਣਦੇ ਹੈ। ਠੀਕ ਹੈ, ਪ੍ਰੋਫਿਟ ਦੇਖੇਗਾ, ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾਉਣ ਤੋਂ ਬਾਅਦ ਕਿ ਕਿੰਨਾ ਪ੍ਰੋਫਿਟ ਬਣਦਾ। ਠੀਕ ਹੈ, ਪੂਰੇ ਹਰੇਕ ਐਕਸਪੈਂਸਿਸ ਨੂੰ ਐਨਾਲਾਈਜ਼ ਕਰੇਗਾ, ਕਿਹੜਾ ਐਕਸਪੈਂਸ ਕਿਹੜੇ ਨੇਚਰ ਦਾ। ਠੀਕ ਹੈ, ਕਿਹੜੀ ਚੀਜ਼ ਆਪਣੀਆਂ ਡਰਾਇੰਗਸ ਹੈ। ਠੀਕ ਹੈ, ਹਰੇਕ ਚੀਜ਼ ਦੀ ਰਿਸਪੋਂਸੀਬਿਲਿਟੀ ਹੈ ਅਕਾਊਂਟੈਂਟ ਦੀ। ਠੀਕ ਹੈ ਨਾ ਫਰੈਂਡਸ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਆਈਟਮਸ ਇਜ਼ ਟ੍ਰੀਟਡ ਐਜ਼ ਅ ਟੈਂਜੀਬਲ ਫਿਕਸਡ ਐਸੈਟ। ਦੱਸੋ ਗੁਡਵਿਲ, ਟ੍ਰੇਡਮਾਰਕ, ਲੈਂਡ ਐਂਡ ਬਿਲਡਿੰਗ, ਕਾਪੀਰਾਈਟਸ। ਟੈਂਜੀਬਲ ਪੁੱਛ ਰਿਹਾ ਉਹ, ਦੱਸੋ। ਇਹਦਾ ਆਨਸਰ ਆ ਜਾਏਗਾ, ਕੀ ਆਨਸਰ ਆਏਗਾ ਇਸ 'ਚੋਂ ਦੱਸੋ ਮੈਨੂੰ। ਇਹਦਾ ਆ ਜਾਏਗਾ ਸੀ ਆਪਸ਼ਨ। ਠੀਕ ਹੈ ਫਰੈਂਡਸ, ਲੈਂਡ ਐਂਡ ਬਿਲਡਿੰਗ। ਟੈਂਜੀਬਲ ਕੀ ਹੁੰਦਾ ਜਿਸ ਨੂੰ ਆਪਾਂ ਛੂਹ ਸਕਦੇ ਹਾਂ, ਦੇਖ ਸਕਦੇ ਹਾਂ। ਠੀਕ ਹੈ, ਗੁਡਵਿਲ ਨੂੰ ਆਪਾਂ ਇੱਕ ਰੈਪੂਟੇਸ਼ਨ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦੀ ਮगर ਸਾਡੀ ਵੈਲਿਊ ਪਾਉਂਦੀ ਹੈ। ਟ੍ਰੇਡਮਾਰਕ ਵੀ, ਠੀਕ ਹੈ ਨਾ, ਅਤੇ ਕਾਪੀਰਾਈਟਸ ਵੀ। ਇਹ ਤਿੰਨ ਮੇਰੇ ਇਨਟੈਂਜੀਬਲ ਨੇ। ਲੈਂਡ ਐਂਡ ਬਿਲਡਿੰਗ ਮੇਰਾ ਫਿਕਸਡ ਐਸੈਟ ਟੈਂਜੀਬਲ ਹੈ। ਠੀਕ ਹੈ, ਫਿਕਸਡ ਐਸੈਟ ਦਾ ਮਤਲਬ ਜਿਹੜਾ 1 ਸਾਲ ਤੋਂ ਉੱਪਰ ਉਹਦੀ ਵੈਲਿਊ ਰਹਿੰਦੀ ਹੀ ਰਹਿੰਦੀ ਹੈ, ਘਟਦੀ ਵੱਧਦੀ ਨਹੀਂ। ਠੀਕ ਹੈ, ਜੇ 10,000 ਦਾ ਮੈंने ਫਰਨੀਚਰ ਖਰੀਦਿਆ ਉਹਦੀ ਵੈਲਿਊ 10,000 ਤੋਂ ਉੱਪਰ 1 ਸਾਲ ਤੋਂ ਉੱਪਰ ਜਿਹੜੀ ਰਹਿ ਰਹੀ ਹੈ ਤਾਂ ਉਸਨੂੰ ਮੈਂ ਕੀ ਕਹਿ ਦਾਂਗਾ, ਫਿਕਸ ਐਸੈਟ ਕਹਿ ਦਾਂਗਾ, ਜੋ ਮੇਰਾ ਲੌਂਗ ਟਰਮ ਪ੍ਰੋਸੈਸ ਲਈ ਯੂਜ਼ ਹੋ ਰਿਹਾ। ਠੀਕ ਹੈ, more than 1 ਈਅਰਲੀ। ਨੈਕਸਟ ਕੁਐਸਚਨ ਹੈ, ਦ ਇਨਫੋਰਮੇਸ਼ਨ ਪ੍ਰੋਵਾਈਡ ਇਨ ਦ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਆਫ ਐਨ ਐਂਟਰਪ੍ਰਾਈਜ਼ ਪਰਟੇਨ ਟੂ। ਦੱਸੋ ਇੰਡੀਵਿਜੂਅਲ ਬਿਜ਼ਨਸ ਐਂਟਰਪ੍ਰਾਈਜ਼ਿਸ, ਦ ਇਕੋਨਮੀ ਐਜ਼ ਅ ਹੋਲ, ਬਿਜ਼ਨਸ ਇੰਡਸਟਰੀਜ਼, ਨਨ ਆਫ ਦਿਸ। ਇਹਦਾ ਆਨਸਰ ਆ ਜਾਏਗਾ ਇੰਡੀਵਿਜੂਅਲ ਬਿਜ਼ਨਸ ਐਂਟਰਪ੍ਰਾਈਜ਼ਿਸ। ਠੀਕ ਹੈ, ਜਿਹੜੀ ਵੀ ਇਨਫੋਰਮੇਸ਼ਨ ਇੱਕ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਿੱਤੀ ਹੁੰਦੀ ਹੈ ਉਹ ਪਰਟੀਕੂਲਰ ਇੰਡੀਵਿਜੂਅਲ ਬਿਜ਼ਨਸ ਐਂਟਰਪ੍ਰਾਈਜ਼ਿਸ ਦੀ ਹੀ ਹੁੰਦੀ ਹੈ। ਠੀਕ ਹੈ,
ਪੂਰੀ ਇਕੋਨਮੀ ਐਜ਼ ਅ ਹੋਲ ਦੀ ਨਹੀਂ ਹੋ ਸਕਦੀ, ਠੀਕ ਹੈ। ਉਸ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਨਾਲ ਪੂਰੇ ਆਪਾਂ ਇਕੋਨਮੀ ਦੀ ਗੱਲ ਨਹੀਂ ਕਰ ਸਕਦੇ, ਨਾ ਬਿਜ਼ਨਸ ਇੰਡਸਟਰੀਜ਼ ਦੀ ਗੱਲ ਕਰ ਸਕਦੇ, ਠੀਕ ਹੈ ਨਾ। ਆਪਾਂ ਇੱਕ ਪਰਟੀਕੂਲਰ ਬਿਜ਼ਨਸ ਐਂਟਰਪ੍ਰਾਈਜ਼ਿਸ ਦੀ ਗੱਲ ਕਰ ਸਕਦੇ, ਇੰਡੀਵਿਜੂਅਲ ਬਿਜ਼ਨਸ ਐਂਟਰਪ੍ਰਾਈਜ਼ਿਸ ਦੀ ਗੱਲ ਨਾਲ ਉਸਦੀ ਪੋਜੀਸ਼ਨ ਦੇਖ ਸਕਦੇ ਹਾਂ, ਉਹਦਾ ਪ੍ਰੋਫਿਟ ਦਾ ਦੇਖ ਸਕਦੇ ਹਾਂ, ਉਹਨੂੰ ਲੋਸ ਹੋ ਰਿਹਾ ਉਹ ਦੇਖ ਸਕਦੇ ਹਾਂ, ਠੀਕ ਹੈ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਦੱਸੋ। ਅਕਾਊਂਟਿੰਗ ਇਨਵੋਲਵਸ ਓਨਲੀ ਦ ਰਿਕਾਰਡਿੰਗ ਆਫ ਬਿਜ਼ਨਸ ਟ੍ਰਾਂਜੈਕਸ਼ਨਸ, accounting owed to outsiders other than a proprietor is called capital, debit means decrease in assets, accounting is the language of business। ਇਹ 'ਚੋਂ ਆਪਾਂ ਨੇ ਟਰੂ ਦੱਸਣਾ ਹੈ, ਕਰੈਕਟ ਸਟੇਟਮੈਂਟ ਦੱਸਣੀ ਹੈ। ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਅਕਾਊਂਟਿੰਗ ਇਜ਼ ਦ ਲੈਂਗੁਏਜ ਆਫ ਬਿਜ਼ਨਸ। ਅਕਾਊਂਟਿੰਗ ਹੀ ਲੈਂਗੁਏਜ ਹੈ ਬਿਜ਼ਨਸ ਦੀ, ਠੀਕ ਹੈ। ਕੋਈ ਬਿਜ਼ਨਸ ਕਿਸ ਤਰ੍ਹਾਂ ਚੱਲ ਰਿਹਾ, ਕਿਵੇਂ ਚੱਲੇਗਾ, ਉਸ ਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ, ਉਸਦੇ ਅਕਾਊਂਟਿੰਗ ਟਰਮਸ ਨਾਲ ਹੀ ਡਿਫਾਈਨ ਕਰ ਸਕਦੇ ਹਾਂ, ਠੀਕ ਹੈ। ਇਹ ਮੇਰੇ ਡੈਟਰਸ ਨੇ, ਇਹ ਮੇਰੇ ਕ੍ਰੈਡੀਟਰਸ ਨੇ, ਠੀਕ ਹੈ। ਇਹ ਮੇਰੇ ਐਸੈਟਸ ਨੇ, ਇਹ ਮੇਰੀ ਲਾਇਬਿਲਿਟੀ ਹੈ, ਇਹ ਮੇਰਾ ਲੋਨ ਹੈ, ਇਹ ਮੇਰਾ ਕਰੰਟ ਲੋਨ ਹੈ, ਇਹ ਮੇਰੀ ਫਿਕਸਡ ਲਾਇਬਿਲਿਟੀ ਹੈ। ਲੈਂਗੁਏਜ ਕਿਹੜੀ ਯੂਜ਼ ਹੋ ਰਹੀ ਹੈ, ਅਕਾਊਂਟਿੰਗ ਦੀ ਯੂਜ਼ ਹੋ ਰਹੀ ਹੈ, ਠੀਕ ਹੈ ਫਰੈਂਡਸ। ਡੈਬਿਟ ਮੀਨਸ ਇਹ ਡਿਕਰੀਜ਼ ਇਨ ਐਸੈਟ ਇਹ ਹੋ ਹੀ ਨਹੀਂ ਸਕਦਾ, ਠੀਕ ਹੈ। ਕਿਉਂ ਨਹੀਂ ਹੋ ਸਕਦਾ, ਡੈਬਿਟ ਦਾ ਮਤਲਬ ਇਨਕਰੀਜ਼ ਹੁੰਦਾ, ਡੈਬਿਟ ਵਰਡਸ ਕਮਜ਼ ਇਨ, ਠੀਕ ਹੈ, ਰੀਅਲ ਅਕਾਊਂਟ। ਅਕਾਊਂਟਿੰਗ ਇਨਵੋਲਵਸ ਓਨਲੀ ਦਾ ਰਿਕਾਰਡਿੰਗ ਆਫ ਬਿਜ਼ਨਸ ਟ੍ਰਾਂਜੈਕਸ਼ਨਸ, ਇਹ ਤਾਂ ਬੁੱਕ ਕੀਪਿੰਗ ਦਾ ਕੰਮ ਹੈ, ਠੀਕ ਹੈ। ਅਕਾਊਂਟਿੰਗ ਦਾ ਐਨਾਲਾਈਜ਼ ਕਰਦਾ, ਤੁਹਾਨੂੰ ਪਹਿਲੀ ਡੈਫੀਨੇਸ਼ਨ ਦੱਸੀ ਸੀ, ਕਲਾਸੀਫਾਈ ਕਰਦਾ, ਐਨਾਲਾਈਜ਼ ਕਰਦਾ, ਸਮਰਾਈਜ਼ ਕਰਦਾ, ਠੀਕ ਹੈ। ਹਰੇਕ ਇੱਕ ਫੰਕਸ਼ਨ ਇੱਕ ਸਿਸਟਮੈਟਿਕ ਆਰਟ ਹੈ, ਕਲਾ ਹੈ, ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ, ਵਿਚ ਅਕਾਊਂਟਿੰਗ ਕੰਸੈਪਟ ਇਜ਼ ਆਲਸੋ ਨੋਨ ਐਜ਼ ਦ ਪੀਰੀਓਡਿਸਿਟੀ ਅਜ਼ੰਪਸ਼ਨ, ਦੱਸੋ। मनी मेजर कंसेप्ट आएगा, गोइंग कंसर्न कंसेप्ट आएगा, काउंटिंग पीरियड कंसेप्ट आएगा, काउंटिंग आइडेंटिटी कंसेप्ट आएगा। ਤੁਹਾਨੂੰ ਮੈਂ ਅਜ਼ੰਪਸ਼ਨਸ ਕਰਾਈਆਂ ਹੋਈਆਂ, ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ, ਠੀਕ ਹੈ। ਇਹ ਅਕਾਊਂਟਿੰਗ ਪੀਰੀਅਡ ਕੰਸੈਪਟ ਨਾਲ ਹੈ, ਠੀਕ ਹੈ। ਅਕਾਊਂਟਿੰਗ ਪਰਟੀਕੂਲਰ ਪੀਰੀਅਡ ਲਈ ਹੀ ਹੁੰਦੀ ਹੈ, ਠੀਕ ਹੈ। ਜਿਵੇਂ ਆਪਾਂ ਕਹਿੰਦੇ ਹਾਂ 1/4 ਤੋਂ 31/3 ਤੱਕ ਦੀ, ਠੀਕ ਹੈ। ਈਅਰ ਜਿਹੜਾ ਮਰਜ਼ੀ ਲਾ ਸਕਦੇ ਹੋ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਰੈਵਨਿਊ ਇਜ਼ ਜਨਰਲੀ ਰੈਕਗਨਾਈਜ਼ਡ ਐਟ ਦਾ ਪੁਆਇੰਟ ਆਫ ਸੇਲ ਵਿਚ ਪ੍ਰਿੰਸੀਪਲ ਇਜ਼ ਅਪਲਾਈਡ ਹੇਅਰ, ਦੱਸੋ। ਆਪਾਂ ਰੈਵਨਿਊ ਜਨਰਲੀ ਰਿਕਗਨਾਈਜ਼ ਕੀ ਕਰਦੇ ਹਾਂ ਕਿ ਰਿਕਗਨਾਈਜ਼ ਦਾ ਪੁਆਇੰਟ ਆਫ ਸੇਲ, ਜਿਹੜੀ ਸੇਲ ਹੁੰਦੀ ਹੈ ਉਸ ਨੂੰ ਇੱਕ ਤਰ੍ਹਾਂ ਨਾਲ ਆਪਾਂ ਰੈਵਨਿਊ ਹੀ ਕਿਹਾ ਜਾਂਦਾ ਹੈ। ਦੱਸੋ ਇਸ 'ਚ ਕਿਹੜਾ ਪ੍ਰਿੰਸੀਪਲ ਲੱਗ ਰਿਹਾ ਹੈ, ਕੰਸਿਸਟੈਂਸੀ, ਮੈਚਿੰਗ, ਰੈਵਨਿਊ ਰੈਕਗਨੀਸ਼ਨ, ਕੋਸਟ ਪ੍ਰਿੰਸੀਪਲ। ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ, ਰੈਵਨਿਊ ਰੈਕਗਨਾਈਜੇਸ਼ਨ, ਠੀਕ ਹੈ ਫਰੈਂਡਸ। अगला क्वेश्चन है, द assumptions of data business enterprises will not be sold or liquidated in the near future is known as, ਦੱਸੋ। ਜੇ assumptions ਹੋਵੇ ਕਿ ਜਿਹੜਾ ਬਿਜ਼ਨਸ ਐਂਟਰਪ੍ਰਾਈਜ਼ ਹੈ ਨਾ ਤਾਂ ਸੋਲਡ ਹੋਏਗਾ, ਨਾ ਤਾਂ ਵਿਕੇਗਾ ਉਹ, ਨਾ ਤਾਂ ਲਿਕੁਇਡੇਟਿਡ ਹੋਏਗਾ, ਮਤਲਬ ਕਿ ਨਾ ਤਾਂ ਉਹ ਬੰਦ ਹੋਣ ਵਾਲਾ। ਲਿਕੁਇਡੇਟਿਡ ਮਤਲਬ ਕਿ ਉਹਦੀ ਜਿਹੜੀ ਟ੍ਰਾਂਜੈਕਸ਼ਨਸ ਹੈ ਉਹਦੀ ਪੇਮੈਂਟਸ ਹੋਣ ਵਾਲੀਆਂ, ਮਤਲਬ ਕਿ ਉਹ ਬੰਦ ਹੋਣ ਦੀ ਕਗਾਰ 'ਤੇ ਹੈ। ਇਨ ਦਾ ਨੀਅਰ ਫਿਊਚਰ ਤੇ ਇਜ਼ ਨੋਨ ਐਜ਼ ਕੀ ਕਵਾਂਗੇ ਆਪਾਂ, ਮੋਨੀਟਰੀ ਯੂਨਿਟ, ਕੰਜ਼ਰਵੇਟਿਜ਼ਮ, ਗੋਇੰਗ ਕੰਸਰਨ, ਪੀਰੀਓਡਿਸਿਟੀ। ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ, ਗੋਇੰਗ ਕੰਸਰਨ, ਠੀਕ ਹੈ। ਜਦ ਤੱਕ ਉਹ ਸੋਲਡ ਨਹੀਂ ਹੋ ਰਿਹਾ ਜਾਂ ਲਿਕੁਇਡਿਟੀ ਨਹੀਂ ਹੋ ਰਿਹਾ ਤਾਂ ਮਤਲਬ ਉਹ ਲੰਬਾ ਚੱਲੇਗਾ, ਠੀਕ ਹੈ, ਨੀਅਰ ਫਿਊਚਰ ਵਿੱਚ। ਤਾਂ ਉਹ 'ਚ ਕਿਹੜਾ ਕੰਸੈਪਟ ਲੱਗ ਜਾਏਗਾ, ਗੋਇੰਗ ਕੰਸਰਨ, ਕਿ ਬਿਜ਼ਨਸ ਚੱਲਦਾ ਹੀ ਜਾਏਗਾ, ਠੀਕ ਹੈ। ਬਿਜ਼ਨਸ ਆਪਾਂ ਖੋਲਦੇ ਹਾਂ ਲੌਂਗ ਟਰਮ ਪ੍ਰੋਸੈਸ ਲਈ, ਠੀਕ ਹੈ। ਅਗਲਾ ਕੁਐਸਚਨ ਹੈ, ਕੰਪਨੀ ਮਸਟ ਪ੍ਰੀਪੇਅਰ ਦੀ ਫਾਈਨੈਂਸ਼ੀਅਲ ਸਟੇਟਮੈਂਟ ਐਟ ਲੀਸਟ ਈਅਰਲੀ ਡਿਊ ਟੂ ਦ ਅਜ਼ੰਪਸ਼ਨਸ ਆਫ, ਜੋ ਸਾਲ ਦੇ ਲਈ ਉਹ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਂਦੇ ਨੇ ਉਹ ਕਿਹੜੀ ਅਜ਼ੰਪਸ਼ਨ ਦੇ ਬਿਹਾਫ 'ਤੇ ਬਣਾਉਂਦੇ ਨੇ, ਦੱਸੋ। ਪੀਰੀਓਡਿਸਿਟੀ, ਕੋਸਟ ਬੈਨੀਫਿਟ, ਕੰਜ਼ਰਵੇਟਿਜ਼ਮ, ਮੈਚਿੰਗ ਕੰਸੈਪਟ।
ਇਹਦਾ ਆंसर ਆ ਜਾਏਗਾ ਪੀਰੀਓਡਿਸਿਟੀ। ਠੀਕ ਹੈ ਫਰੈਂड्स, ਇੱਕ ਪੀਰੀਅਡ ਹੈ, ਠੀਕ ਹੈ, ਇੱਕ ਪੀਰੀਅਡ ਦੇ ਹਿਸਾਬ 'ਚ ਚੀਜ਼ ਬਣਾਉਣੀ ਹੈ ਆਪਾਂ ਨੇ 1/4 ਜਿਵੇਂ 11 ਤੋਂ 31/3/12 ਤੱਕ ਦਾ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਂਦੇ ਹਾਂ। ਠੀਕ ਹੈ, ਤਾਂ ਕਿ ਸਾਨੂੰ ਪ੍ਰੋਫਿਟ ਅਤੇ ਲੋਸ ਪਤਾ ਲੱਗ ਸਕੇ। ਫੋਲੋਇੰਗ ਦੀ ਰਿਟਨ ਡਾਊਨ ਵੈਲਿਊ ਮੈਥਡ ਆਫ ਡੈਪਰੀਸ਼ੀਏਟਿੰਗ, ਉਹਦਾ ਸਪੈਲਿੰਗ ਮਿਸਟੇਕ ਹੈ। ਠੀਕ ਹੈ, ਆ ਪਰਟੀਕੂਲਰ ਐਸਟ ਈਅਰ ਆਫਟਰ ਈਅਰ, ਸਟੇਟ ਦਾ ਨੇਮ ਆਫ ਰੈਲੀਵੈਂਟ ਅਕਾਊਂਟਿੰਗ ਪ੍ਰਿੰਸੀਪਲ ਅਪਲਾਈਡ ਹੇਅਰ। ਕਿਹੜਾ ਪ੍ਰਿੰਸੀਪਲ ਅਪਲਾਈਡ ਹੋ ਰਿਹਾ ਦੱਸੋ? ਕੰਜ਼ਰਵੇਟਿਜ਼ਮ, ਮਟੀਰੀਅਲਿਟੀ ਪ੍ਰਿੰਸੀਪਲ, ਫੁੱਲ ਡਿਸਕਲੋਜ਼ਰ ਪ੍ਰਿੰਸੀਪਲ, ਕੰਸਿਸਟੈਂਸੀ ਪ੍ਰਿੰਸੀਪਲ। ਆਪਾਂ ਡੈਪਰੇਸ਼ਨ ਪ੍ਰੋਵਾਈਡ ਕਿਉਂ ਕਰਦੇ ਹਾਂ ਦੱਸੋ? ਉਸ ਹਿਸਾਬ 'ਚ ਪੂਰੇ ਕੰਸੈਪਟ ਦੱਸੋ ਕਿਹੜਾ ਠੀਕ ਰਹੇਗਾ। ਉਰੇ ਆਪਾਂ ਲਾਵਾਂਗੇ ਕੰਸਿਸਟੈਂਸੀ ਪ੍ਰਿੰਸੀਪਲ। ਠੀਕ ਹੈ ਫਰੈਂड्स, नहीं सॉरी पूरे कंसिस्टेंसी प्रिंसिपल नहीं आएगा, मैं गलती ना बोल पाया, फुल डिस्कलोजर प्रिंसिपल आएगा, क्योंकि ਆਪਾਂ ਨੇ ਉਸ ਐਸਟ ਦੀ ਐਕਚੁਅਲ ਵੈਲਿਊ ਦਿਖਾਣੀ ਹੁੰਦੀ ਹੈ। ਠੀਕ ਹੈ, ਤਾਂ ਹੀ ਉਹ ਡੈਪਰੀਸ਼ੀਏਟ ਲਾਉਂਦੇ ਹਾਂ ਕਿ ਉਹਦੀ ਐਕਚੁਅਲ ਵੈਲਿਊ ਕਿੰਨੀ ਬੈਠਦੀ ਹੈ। ਠੀਕ ਹੈ, ਤਾਂ ਕਿ ਮੇਰੇ ਅਕਾਊਂਟਸ ਬਿਲਕੁਲ ਐਫੀਸ਼ੀਐਂਟ ਐਂਡ ਐਕੂਰੇਟ ਹੋਣ। ਠੀਕ ਹੈ, ਤਾਂ ਆਪਾਂ ਰਿਟਨ ਡਾਊਨ ਵੈਲਿਊ ਮੈਥਡ ਜਿਹੜੇ ਆਪਾਂ ਮੈਥਡ ਲਾ ਰਹੇ ਹਾਂ ਡੈਪਰੀਸ਼ੀਏਸ਼ਨ ਦੇ, ਉਹ ਇਸੀ ਕਰਕੇ ਲਾ ਰਹੇ ਹਾਂ। ਠੀਕ ਹੈ, ਤਾਂ ਕਿ ਫੁੱਲ ਡਿਸਕਲੋਜ਼ ਕੀਤਾ ਜਾ ਸਕੇ, ਹਰੇਕ ਚੀਜ਼ ਦੱਸੀ ਜਾ ਸਕੇ, ਤਾਂ ਇਸ ਵਿੱਚ ਫੁੱਲ ਡਿਸਕਲੋਜ਼ਰ ਪ੍ਰਿੰਸੀਪਲ ਅਪਲਾਈਡ ਹੋ ਰਿਹਾ। ਅਗਲਾ ਕੁਐਸਚਨ ਹੈ, ਦ ਪ੍ਰਾਇਮਰੀ ਕੁਆਲਿਟੀਜ਼ ਡੈਟ ਮੇਕ ਦੀ ਅਕਾਊਂਟਿੰਗ ਇਨਫੋਰਮੇਸ਼ਨ ਯੂਜ਼ਫੁਲ ਫॉर ਡਿਸੀਜਨ ਮੇਕਿੰਗ। ਕਿਹੜੀ ਪ੍ਰਾਇਮਰੀ ਕੁਆਲਿਟੀਜ਼ ਹੈ ਜੋ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਡਿਸੀਜਨ ਮੇਕਿੰਗ ਵਿੱਚ ਹੈਲਪਫੁਲ ਹੁੰਦੀਆਂ, ਯੂਜ਼ਫੁਲ ਹੁੰਦੀਆਂ? ਕੰਪੇਅਰਬਿਲਟੀ ਐਂਡ ਕੰਸਿਸਟੈਂਸੀ, ਮਟੀਰੀਅਲਿਟੀ ਐਂਡ ਟਾਈਮਲੈਸ, ਰੈਲੀਵੈਂਸ ਐਂਡ ਰਿਲਾਇਬਿਲਟੀ ਐਂਡ ਕੰਪੇਅਰਬਿਲਟੀ। ਦੱਸੋ। ਇਹਦਾ ਆंसर ਆ ਜਾਏਗਾ ਰੈਲੀਵੈਂਸ ਐਂਡ ਰਿਲਾਇਬਿਲਟੀ। ਇਹਦੇ ਬਾਰੇ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ। ਠੀਕ ਹੈ, ਸੋ ਉਹਦੇ ਤਾਂ ਮੈਂ ਐਕਸਪਲੇਨ ਕਰਨ ਦੀ ਲੋੜ ਨਹੀਂ, ਤੁਹਾਨੂੰ ਮੈਂ ਦੱਸ ਚੁੱਕਾ। ਠੀਕ ਹੈ, ਕਿਹੜੀ ਕੁਆਲਿਟੀਜ਼ ਹੋਣੀ ਜ਼ਰੂਰੀ ਹੈ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਇਕੁਏਸ਼ਨ ਇਜ਼ ਕਰੈਕਟ। ਇਹ 'ਚੋਂ ਕਿਹੜੀ ਇਕੁਏਸ਼ਨ ਕਰੈਕਟ ਹੈ? ਐਸਟ ਇਕੁਅਲ ਟੂ ਲਾਇਬਿਲਟੀ ਮਾਈਨਸ ਕੈਪੀਟਲ, ਐਸਟ ਇਕੁਅਲ ਟੂ ਕੈਪੀਟਲ ਮਾਈਨਸ ਲਾਇਬਿਲਟੀ, ਐਸਟ ਇਕੁਅਲ ਟੂ ਲਾਇਬਿਲਟੀ ਪਲੱਸ ਕੈਪੀਟਲ, ਐਸਟ ਇਕੁਅਲ ਟੂ ਐਕਸਟਰਨਲ ਪਲੱਸ ਐਕਸਟਰਨਲ ਇਕੁਇਟੀਜ਼। ਤੁਹਾਨੂੰ ਮੈਂ ਅਕਾਊਂਟਿੰਗ ਇਕੁਏਸ਼ਨ ਵਾਲਾ ਚੈਪਟਰ ਕਰਾ ਚੁੱਕਾ। ਤੁਰੇ ਦੱਸੋ ਮੈਨੂੰ। ਉਰੇ ਆ ਜਾਏਗਾ ਆਪਣਾ ਐਸਟ ਇਕੁਅਲ ਟੂ ਲਾਇਬਿਲਟੀ ਪਲੱਸ ਕੈਪੀਟਲ। ਐਸਟ ਦੇ ਇਕੁਅਲ ਟੂ ਕੀ ਹੁੰਦੇ ਆ? ਮੇਰੀ ਲਾਇਬਿਲਟੀ ਅਤੇ ਮੇਰੀ ਕੈਪੀਟਲ। ਠੀਕ ਹੈ ਫਰੈਂड्स, ਦ ਲਾਇਬਿਲਟੀਜ਼ ਆਫ ਦਾ ਫਰਮ ਆਰ 6000 ਐਂਡ ਦ ਕੈਪੀਟਲ ਆਫ ਦੀ ਪ੍ਰੋਪਰਾਈਟਰ ਆਰ 4000। ਟੋਟਲ ਐਸਟ ਮੇਰੇ ਕਿੰਨੇ ਹੋਣਗੇ ਦੱਸੋ। ਦੱਸੋ। 6000 ਹੋਣਗੇ, 10000 ਹੋਣਗੇ, 2000 ਹੋਣਗੇ, 5000 ਹੋਣਗੇ। ਇਹ ਆਪਣੇ ਹੋ ਜਾਣਗੇ 2000। ਕਿਵੇਂ ਹੋਣਗੇ 2000? ਕਿਵੇਂ ਹੋਣਗੇ? ਆਪਾਂ ਦੇਖ ਚੁੱਕੇ ਹਾਂ। ਆਪਾਂ ਲਾਇਬਿਲਟੀ 'ਚੋਂ ਜੇ ਕੈਪੀਟਲ ਮਾਈਨਸ ਕਰ ਦਈਏ, 6000 'ਚੋਂ 4000 ਮਾਈਨਸ ਕਰ ਦਈਏ ਤਾਂ 2000 ਮੇਰੀ ਕੀ ਆ ਜਾਏਗੀ? ਮੇਰੇ ਐਸਟ ਆ ਜਾਣਗੇ। ਅਗਲਾ ਕੁਐਸਚਨ ਹੈ, ਇਫ ਆ ਫਰਮ ਬੋਰੋਜ਼ ਆ ਸਮ ਆਫ ਮਨੀ ਦੈਨ ਦੇਅਰ ਵਿਲ ਬੀ। ਜੇ ਫਰਮ ਬੋਰੋ ਕਰੇ ਸਮ ਆਫ ਮਨੀ ਤਾਂ ਕੀ ਹੁੰਦਾ ਦੱਸੋ? ਡਿਕਰੀਜ਼ ਇਨ ਕੈਪੀਟਲ, ਇਨਕਰੀਜ਼ ਇਨ ਕੈਪੀਟਲ, no effect in the capital, none of these। ਇਹਦਾ ਆंसर ਆ ਜਾਏਗਾ नो इफेक्ट इन कैपिटल। ਜੇ ਫਰਮ ਕੁਝ ਬੋਰੋ ਕਰਦੀ ਹੈ ਉਹਦਾ ਕੈਪੀਟਲ ਉੱਪਰ ਕੋਈ ਇਫੈਕਟ ਨਹੀਂ ਪੈਂਦਾ। ਅਗਲਾ ਕੁਐਸਚਨ ਹੈ, ਬੈਂਕ ਓਵਰਡਰਾਫਟ ਅਕਾਊਂਟ ਕੀ ਹੁੰਦਾ ਦੱਸੋ? ਪਰਸਨਲ ਅਕਾਊਂਟ, ਰੀਅਲ ਅਕਾਊਂਟ, ਨੋਮੀਨਲ ਅਕਾਊਂਟ, ਨਨ ਆਫ ਦੀਜ਼। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਤੁਹਾਨੂੰ ਪਤਾ ਹੀ ਹੋਏਗਾ, ਇਹ ਹੁੰਦਾ ਪਰਸਨਲ ਅਕਾਊਂਟ। ਠੀਕ ਹੈ ਫਰੈਂड्स, ਅਗਲਾ ਕੁਐਸਚਨ ਹੈ, ਡਰਾਇੰਗ ਅਕਾਊਂਟ ਆਫ ਦੀ ਪ੍ਰੋਪਰਾਈਟਰ ਇਜ਼ ਦਾ। ਡਰਾਇੰਗ ਅਕਾਊਂਟ ਆਫ ਪ੍ਰੋਪਰਾਈਟਰ ਕੀ ਹੋਏਗਾ ਦੱਸੋ? ਪਰਸਨਲ ਅਕਾਊਂਟ, ਰੀਅਲ ਅਕਾਊਂਟ, ਨੋਮੀਨਲ ਅਕਾਊਂਟ, ਨਨ ਆਫ ਦਿਸ।
ये होएगा मेरा पर्सनल अकाउंट। ठीक है फ्रेंड्स, की होएगा पर्सनल अकाउंट। अगला क्वेश्चन है बैंक अकाउंट की हुंदा दसो। पर्सनल अकाउंट, नॉमिनल अकाउंट, रीयल अकाउंट, नन ऑफ दिस। ये तो हुण तुहानूं पता ही होना। कोई रिप्रजेंट भी कर रहा है तो वो हमेशा की हुंदा पर्सनल अकाउंट। बैंक रिप्रजेंट कर रहा है तो हमेशा की हो जाएगा मेरा पर्सनल अकाउंट। अगला क्वेश्चन है परचेस अकाउंट की है दसो। रीयल अकाउंट, पर्सनल अकाउंट, नॉमिनल अकाउंट, नन ऑफ दिस। ਤੁਹਾਨੂੰ ਇਹਦਾ ਰੂਲ ਪਤਾ, ਤੁਸੀਂ ਇਹਦਾ ਆਨਸਰ ਆਰਾਮ ਨਾਲ ਦੱਸ ਸਕਦੇ ਹੋ। ਇਹਦਾ ਆਨਸਰ ਆ ਜਾਏਗਾ ਰੀਅਲ ਅਕਾਊਂਟ। ਡੈਬਿਟ ਵਰਡਸ ਕਮਸ ਇਨ, ਪਰਚੇਸਿਸ ਆ ਰਹੇ ਸਾਡੇ ਕੋਲ ਤਾਂ ਹਮੇਸ਼ਾ ਆਪਾਂ ਡੈਬਿਟ ਕਰਦੇ ਹਾਂ ਪਰਚੇਸਿਸ ਨੂੰ। ਠੀਕ ਹੈ, ਤਾਂ ਹੀ ਡੈਬਿਟ ਕਰਦੇ ਹਾਂ ਕਿਉਂਕਿ ਰੂਲ ਕਹਿੰਦਾ ਕਿ ਡੈਬਿਟ ਵਰਡਸ ਕਮਸ ਇਨ, ਜੋ ਆ ਰਿਹਾ ਸਾਡੇ ਕੋਲ ਉਹਨੂੰ ਡੈਬਿਟ ਕਰਨਾ, ਜੋ ਜਾ ਰਿਹਾ ਸਾਡੇ ਕੋਲ ਉਹ ਕ੍ਰੈਡਿਟ ਕਰਨਾ। ਠੀਕ ਹੈ। ਅਗਲਾ ਕੁਐਸਚਨ ਹੈ ਗੁੱਡਵਿਲ ਅਕਾਊਂਟ ਕੀ ਹੈ ਦੱਸੋ। ਰੀਅਲ ਅਕਾਊਂਟ, ਪਰਸਨਲ ਅਕਾਊਂਟ, ਨੋਮੀਨਲ ਅਕਾਊਂਟ, ਨਨ ਆਫ ਦਿਸ। ਪਹਿਲਾਂ ਤਾਂ ਇਹ ਸੋਚੋ ਗੁੱਡਵਿਲ ਕੀ ਹੈ। ਜੇ ਤੁਹਾਨੂੰ ਇਹ ਪਤਾ ਲੱਗ ਗਿਆ ਗੁੱਡਵਿਲ ਕੀ ਹੈ ਤਾਂ ਤੁਸੀਂ ਇਹਦਾ ਰੂਲ ਵੀ ਆਪੇ ਦੇਖ ਲਓਗੇ। ਗੁੱਡਵਿਲ ਕੀ ਹੈ ਸਾਡੀ ਫਿਕਸਡ ਐਸੈਟ ਹੈ, ਇਨਟੈਂਜੀਬਲ ਐਸੈਟ ਹੈ ਜੋ ਸਾਨੂੰ ਦਿਖਾਈ ਨਹੀਂ ਦਿੰਦੀ, ਵੈਲਿਊ ਪੈਂਦੀ ਸਾਡੀ ਬਿਜ਼ਨਸ ਦੀ, ਤਾਂ ਹਮੇਸ਼ਾ ਮੇਰਾ ਰੀਅਲ ਅਕਾਊਂਟ ਹੋਏਗਾ। ਠੀਕ ਹੈ। ਅਗਲਾ ਕੁਐਸਚਨ ਹੈ ਬੈਡ ਡੈਟਸ ਰਿਕਵਰਡ ਅਕਾਊਂਟ ਇਜ਼ ਦਾ। ਜਿਹੜੀ ਬੈਡ ਡੈਟਸ ਰਿਕਵਰਡ ਅਕਾਊਂਟ ਹੈ ਉਹ ਕੀ ਹੈ। ਪਰਸਨਲ ਅਕਾਊਂਟ, ਨੋਮੀਨਲ ਅਕਾਊਂਟ, ਰੀਅਲ ਅਕਾਊਂਟ, ਨਨ ਆਫ ਦਿਸ। बैड डेट्स रिकॉर्ड अकाउंट की है मेरे नॉमिनल अकाउंट है। ठीक है, जो रिकवर्ड हो गए तो क्रेडिट ऑल इनकम्स एंड गेन्स, तो इन्हों आप क्रेडिट करांगे। ठीक है। अगला क्वेश्चन है इंटरस्ट अक्रूड अकाउंट इज है। इंटरस्ट अकाउंट अक्रूड अकाउंट की हो सकता है दसो। परसनल अकाउंट, रियल अकाउंट, नॉमिनल अकाउंट, नन ऑफ दिस। एक होएगा मेरा रियल अकाउंट। ठीक है फ्रेंड्स। अगला क्वेश्चन है गुड्स द पेमेंट्स ऑफ विच द ड्यू आफ्टर 2 months वी आर सोल्ड टू MS। ठीक है, बेल एंड कंपनी फॉर 1000। नेम ऑफ द बुक ऑफ द ओरिजिनल एंट्री वुड स्टेटेड ट्रांजेक्शन बी एंटर्ड। कितने ट्रांजेक्शन एंटर करांगा दसो। कैश बुक, सेल बुक, परचेस बुक, जनरल प्रॉपर। गुड्स दी पेमेंट ऑफ विच ड्यू आफ्टर 2 months। ठीक है, साढ़े किसी बिजनेस ने MS बैल एंड कंपनी ਨੂੰ कुछ गुड्स सैल ਕੀਤੇ हैं। ठीक है, हले पेमेंट ड्यू है 1000 ਦੀ अपने सेल की है। दसो कितने एंट्री रिकॉर्ड करांगा मैं। ਇਹ ਆ ਜਾਏਗੀ ਆਪਣੀ ਸੇਲ ਬੁੱਕਸ ਵਿੱਚ। ਠੀਕ ਹੈ ਫਰੈਂਡਸ। ਠੀਕ ਹੈ, ਕੁਝ ਸੇਲ ਕਰ ਰਹੇ ਹਾਂ ਆਪਾਂ ਤਾਂ ਕ੍ਰੈਡਿਟ ਤੇ ਸੇਲ ਕਰ ਰਹੇ ਹਾਂ ਤਾਂ ਹਮੇਸ਼ਾ ਮੇਰੀ ਕਿਸ 'ਚ ਆਉਂਦੀ ਟ੍ਰਾਂਜੈਕਸ਼ਨਸ ਸੇਲ ਬੁੱਕ ਵਿੱਚ। ਅਗਲਾ ਕੁਐਸਚਨ ਹੈ ਦ ਓਪਨਿੰਗ ਕੈਪੀਟਲ ਆਫ ਦ ਕੰਪਨੀ ਇਜ਼ 10,000 ਇਫ P ਕੋਈ ਪਰਸਨ P ਅਰਨ ਕੀਤਾ 2000 ਰੁਪਇਆ ਫਸਟ ਈਅਰ ਤਾਂ ਕਲੋਜ਼ਿੰਗ ਕੈਪੀਟਲ ਕਿੰਨੀ ਹੋਏਗੀ। 8000, 10000, 12000, 2000 ਦੱਸੋ। ਇਹਦਾ ਆਨਸਰ ਆ ਜਾਏਗਾ 12000। 10000 ਮੇਰੀ ਕੈਪੀਟਲ ਹੈ ਓਪਨਿੰਗ ਦੀ। ਠੀਕ ਹੈ, ਜੇ ਮੈਂ ਕੈਪੀਟਲ ਅਕਾਊਂਟ ਵੀ ਖੋਲ੍ਹਣਾ ਅਤੇ ਜੇ ਮੈਨੂੰ ਪ੍ਰੋਫਿਟ ਹੁੰਦਾ ਹਮੇਸ਼ਾ ਮੇਰਾ ਕੈਪੀਟਲ ਵਿੱਚ ਐਡ ਹੋ ਜਾਂਦਾ ਤਾਂ ਟੋਟਲ ਕਿੰਨਾ ਹੋ ਜਾਏਗਾ 12000। C ਆਪਸ਼ਨ ਆ ਜਾਏਗਾ। X lends money to Y। X ਨੇ ਲੈਂਡਸ ਕੀਤੀਆਂ ਮਨੀ ਟੂ Y ਇਨ ਕੇਸ ਆਫ Y ਬਿਕਮਸ X। ਜੇ Y X ਬਣ ਜੇ ਤਾਂ ਕੀ ਹੋਏਗਾ ਦੱਸੋ। ਇਫ Y ਬਿਕਮ X ਤਾਂ ਕੀ ਹੋਏਗਾ। Y ਡੈਟਰ ਹੋਏਗਾ, ਕ੍ਰੈਡੀਟਰ ਹੋਏਗਾ, ਸੈਲਰ ਹੋਏਗਾ, ਨਨ ਆਫ ਦਿਸ ਹੋਏਗਾ।
ਸੋਰੀ ਮੈਂ ਗਲਤ ਪੜ੍ਹ ਗਿਆ। ਉਰੇ ਕਹਿ ਰਿਹਾ ਐਕਸ ਨੇ ਪੈਸੇ ਦਿੱਤੇ ਆ ਮਨੀ ਨੂੰ, ਵਾਈ ਨੂੰ, ਠੀਕ ਹੈ। ਉਰੇ ਬਸ ਇਹ ਪੁੱਛ ਰਿਹਾ ਵਾਈ ਕੀ ਬਣੇਗਾ ਐਕਸ ਦਾ। ਜੇ ਐਕਸ ਨੇ ਪੈਸੇ ਦਿੱਤੇ ਆ ਵਾਈ ਨੂੰ ਤਾਂ ਇਸ ਬਿਹਾਵ 'ਤੇ ਵਾਈ ਕੀ ਬਣੇਗਾ ਐਕਸ ਦਾ। ਡੈਟਰ ਬਣੇਗਾ, ਕ੍ਰੈਡੀਟਰ ਬਣੇਗਾ, ਸੈਲਰ ਬਣੇਗਾ, ਨਨ ਆਫ ਦਿਸ ਬਣੇਗਾ। ਕਿਉਂਕਿ ਪੈਸੇ ਐਕਸ ਨੇ ਵਾਈ ਨੂੰ ਦਿੱਤੇ ਆ ਨਾ, ਤਾਂ ਵਾਈ ਕੀ ਬਣੇਗਾ, ਇਹ ਬਣੇਗਾ ਡੈਟਰ ਬਣੇਗਾ, ਠੀਕ ਹੈ। ਕਿਉਂਕਿ ਐਕਸ ਨੇ ਵਾਈ ਨੂੰ ਦਿੱਤੇ ਆ, ਐਕਸ ਲਈ ਵਾਈ ਡੈਟਰ ਹੈ, ਠੀਕ ਹੈ। ਉਹਨੇ ਉਸ ਨੂੰ ਪੈਸੇ ਵਾਪਸ ਮੋੜਨੇ ਨੇ। ਦ ਬ੍ਰਾਂਚ ਆਫ ਅਕਾਊਂਟਿੰਗ ਇਜ਼ ਦਾ, ਬ੍ਰਾਂਚ ਆਫ ਅਕਾਊਂਟਿੰਗ ਕੀ ਹੁੰਦੀ ਹੈ, ਮੈਨੇਜਮੈਂਟ ਅਕਾਊਂਟਿੰਗ, ਕੋਸਟ ਅਕਾਊਂਟਿੰਗ, ਕਿਹੜੀ ਬ੍ਰਾਂਚਿਸ ਹੁੰਦੀਆਂ, ਫਾਈਨੈਂਸ਼ੀਅਲ ਅਕਾਊਂਟਿੰਗ, ਆਲ ਆਫ ਦੀ ਅਬਵ। ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ। ਮੈਨੇਜਮੈਂਟ ਅਕਾਊਂਟਿੰਗ ਵੀ ਹੁੰਦਾ, ਕੋਸਟ ਅਕਾਊਂਟਿੰਗ ਵੀ ਹੁੰਦਾ ਅਤੇ ਫਾਈਨੈਂਸ਼ੀਅਲ ਅਕਾਊਂਟਿੰਗ ਵੀ ਹੁੰਦਾ, ਠੀਕ ਹੈ। ਆਪਾਂ ਨੂੰ ਪਤਾ ਮੈਨੇਜਮੈਂਟ ਅਕਾਊਂਟਿੰਗ 'ਚ ਆਪਾਂ ਐਨਾਲਾਈਜ਼ ਕਰਦੇ ਹਾਂ ਡਿਸੀਜ਼ਨ ਮੇਕਿੰਗ ਲਈ, ਠੀਕ ਹੈ। ਕੋਸਟ ਲਈ ਆਪਾਂ ਕੋਸਟ ਇਨਕਰ ਕਰਦੇ ਹਾਂ, ਠੀਕ ਹੈ, ਕੁਝ ਉਸ ਪ੍ਰੋਡਕਟ ਦੀ। ਫਾਈਨੈਂਸ਼ੀਅਲ ਅਕਾਊਂਟਿੰਗ 'ਚ ਆਪਾਂ ਪ੍ਰੋਫਿਟ ਐਂਡ ਲੋਸ ਦੇਖਦੇ ਹਾਂ। ਅਗਲਾ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਆਫ ਬ੍ਰਾਂਚ ਆਫ ਅਕਾਊਂਟਿੰਗ ਇਜ਼ ਕੰਸਰਨਡ ਵਿਦ ਦ ਰਿਕਾਰਡ ਕੀਪਿੰਗ ਡਾਇਰੈਕਟਡ ਟੁਵਾਰਡਸ ਦੀ ਪ੍ਰੀਪਰੇਸ਼ਨ ਆਫ ਟ੍ਰਾਇਲ ਬੈਲੈਂਸ, ਪ੍ਰੋਫਿਟ ਐਂਡ ਲੋਸ ਅਕਾਊਂਟ ਐਂਡ ਬੈਲੈਂਸ ਸ਼ੀਟ। ਦੱਸੋ ਮੈਨੇਜਮੈਂਟ ਅਕਾਊਂਟਿੰਗ, ਕੋਸਟ ਅਕਾਊਂਟਿੰਗ, ਫਾਈਨੈਂਸ਼ੀਅਲ ਅਕਾਊਂਟਿੰਗ, ਆਲ ਆਫ ਦੀ ਅਬਵ। ਕਿਹੜੀ ਬ੍ਰਾਂਚ ਕੰਸਰਨ ਹੁੰਦੀ ਹੈ ਜਦੋਂ ਆਪਾਂ ਕੋਈ ਟ੍ਰਾਇਲ ਬੈਲੈਂਸ ਪ੍ਰੀਪੇਅਰ ਕਰ ਰਹੇ ਹਾਂ, ਪੀ ਐਲ ਐਂਡ ਅਕਾਊਂਟ ਪ੍ਰੀਪੇਅਰ ਕਰ ਰਹੇ ਹਾਂ, ਬੈਲੈਂਸ ਸ਼ੀਟ ਪ੍ਰੀਪੇਅਰ ਕਰ ਰਹੇ ਹਾਂ। ਇਹਦਾ ਆਨਸਰ ਆ ਜਾਏਗਾ ਫਾਈਨੈਂਸ਼ੀਅਲ ਅਕਾਊਂਟਿੰਗ। ਫਾਈਨੈਂਸ਼ੀਅਲ ਅਕਾਊਂਟਿੰਗ ਵਿੱਚ ਹੀ ਇਹ ਚੀਜ਼ਾਂ ਆਪਾਂ ਬਣਾਉਂਦੇ ਹਾਂ, ਠੀਕ ਹੈ। ਅਗਲਾ ਕੁਐਸਚਨ ਹੈ ਐਨ ਐਂਟਰੀ ਆਫ ਦੀ 320 ਹੈਜ਼ ਬੀਨ ਡੈਬਿਟਡ ਟੂ ਦਾ ਰਾਜੇਸ਼ ਅਕਾਊਂਟ ਐਟ 230, ਅਤੇ ਕਿਸ ਤਰ੍ਹਾਂ ਦਾ ਐਰਰ ਹੈ, ਕਮਿਸ਼ਨ, ਪ੍ਰਿੰਸੀਪਲ, ਓਮਿਸ਼ਨ, ਨਨ ਆਫ ਦਿਸ। ਪਾਣੀ ਸੀ ਐਂਟਰੀ ਮੈंने 320 ਦੀ, ਹੈਜ਼ ਬੀਨ ਡੈਬਿਟਡ ਕਰਨਾ ਸੀ ਰਾਜੇਸ਼ ਨੂੰ, ਮਗਰ ਮੈंने 230 ਕਰਤਾ, ਘੱਟ ਪਾਤੀ ਮੈंने। ਕਿਸ ਤਰ੍ਹਾਂ ਦਾ ਐਰਰ ਕੀਤਾ ਮੈंने, ਇਹ ਹੋਏਗਾ ਮੇਰਾ ਕਮਿਸ਼ਨ ਐਰਰ ਆਫ ਕਮਿਸ਼ਨ। ਅਗਲਾ ਕੁਐਸਚਨ ਹੈ ਐਨ ਐਂਟਰੀ ਆਫ ਦੀ 500 ਵਾਸ ਰੋਂਗਲੀ ਪੋਸਟਡ ਟੂ ਦਾ ਵੇਜਸ ਅਕਾਊਂਟ। 500 ਜਿਹੜੀ ਕੋਈ ਐਂਟਰੀ ਸੀ ਉਹ ਮੈंने ਰੋਂਗਲੀ ਪੋਸਟਡ ਕਰਤੀ ਵੇਜਸ ਅਕਾਊਂਟ ਵਿੱਚ ਇੰਸਟੈਡ ਆਫ ਮਸ਼ੀਨਰੀ ਅਕਾਊਂਟ। ਮੈਨੂੰ ਮਸ਼ੀਨਰੀ ਅਕਾਊਂਟ ਵਿੱਚ ਐਂਟਰੀ ਪਾਉਣੀ ਸੀ 500 ਦੀ, ਬਟ ਮੈंने ਵੇਜਸ ਅਕਾਊਂਟ 'ਚ ਪਾ ਦੀ, ਤਾਂ ਵੇਜਸ ਆਰ ਕੈਪੀਟਲਾਈਜ਼ਡ, ਠੀਕ ਹੈ। ਇਟ ਇਜ਼ ਦ ਐਰਰ ਆਫ, ਦੱਸੋ ਕਿਸ ਤਰ੍ਹਾਂ ਦਾ ਐਰਰ ਹੋਇਆ, ਕਮਿਸ਼ਨ, ਪ੍ਰਿੰਸੀਪਲ, ਓਮਿਸ਼ਨ, ਕਲੈਰੀਕਲ ਐਰਰ। आंसर आ जाएगा प्रिंसीपल एरर। क्यों प्रिंसीपल एरर, क्योंकि मैंने तो 500 रुपये मिशनरी अकाउंट में पाना सी ना, ठीक है ना। जो मैंने ये पता ही नहीं कि अमाउंट मेरी कित्थे जाएगी, मैंने इसका प्रिंसीपल ही नहीं पता, तो ये किस तरह का एरर हो जाएगा, प्रिंसीपल एरर। मैंने वेजिस अकाउंट चक के पाता, यानी कि मैंने एक्चुअली प्रिंसीपल नहीं पता कि एक्सपेंस में मैंने कित्थे रखना चाहिए सी, ठीक है फ्रेंड्स। अगला क्वेश्चन है एक्सपेंस ऑफ 2200 ऑन कार्टेज ऑफ न्यू मशीन परचेज शुड बी। ਆਪਾਂ ਨੇ ਕਾਟੇਜ ਪੇ ਕੀਤੀ ਹੈ 200 ਰੁਪਇਆ, ਠੀਕ ਹੈ, ਮਸ਼ੀਨ ਲਈ। ਤਾਂ ਆਪਾਂ ਕਿਵੇਂ ਡੈਬਿਟਡ ਕਿਹਨੂੰ ਕਰਾਂਗੇ, ਆਪਾਂ ਕੈਸ਼ ਅਕਾਊਂਟ ਨੂੰ, ਮਸ਼ੀਨ ਅਕਾਊਂਟ ਨੂੰ, ਕਾਟੇਜ ਅਕਾਊਂਟ ਨੂੰ, ਨਨ ਆਫ ਦੀ ਅਬਵ। ਇਹ ਆਪਾਂ ਕਰਾਂਗੇ ਮਸ਼ੀਨ ਅਕਾਊਂਟ ਨੂੰ। ਜਿਹੜੀ ਕਾਟੇਜ ਹੁੰਦੀ ਉਹ ਡਾਇਰੈਕਟ ਐਕਸਪੈਂਸਿਸ ਹੁੰਦੇ ਮੇਰੇ ਮਸ਼ੀਨ ਦੇ, ਤਾਂ ਮਸ਼ੀਨ ਅਕਾਊਂਟ ਵਿੱਚ ਹੀ ਐਡ ਹੋ ਜਾਣਗੇ। ਅਗਲਾ ਕੁਐਸਚਨ ਹੈ ਇਨ ਅ ਬਿਜ਼ਨਸ ਨੈਟ ਐਸਟ ਦੱਸ ਰਿਹਾ ਉਹ 6000 ਦੇ ਨੇ, ਠੀਕ ਹੈ। ਐਂਡ ਔਨ 31 ਕਿੰਨੇ ਨੇ, 7500 ਨੇ। ਇਫ ਵਿਡਰਾ ਬਾਏ ਦਾ ਓਨਰ ਡਿਊਰਿੰਗ ਦ ਜਨਵਰੀ 1000, ਤਾਂ ਨੈਟ ਇਨਕਮ ਕਿੰਨੀ ਹੋਣੀ ਚਾਹੀਦੀ ਜਨਵਰੀ ਦੀ। ਦੇਖੋ ਉਹ ਕਹਿਣਾ ਚਾਹ ਰਿਹਾ ਕਿ 1 ਜਨਵਰੀ ਨੂੰ 1 ਜਨ ਸੀ, 1 ਜਨਵਰੀ ਨੂੰ 6000 ਰੁਪਇਆ ਉਹਦੇ ਨੈਟ ਐਸਟ ਸੀ, ਠੀਕ ਹੈ। ਅਤੇ 31 ਜਨਵਰੀ ਨੂੰ ਜੇ ਆਪਾਂ ਮਹੀਨੇ ਦੇ ਐਂਡ 'ਚ ਲਾਈਏ ਤਾਂ ਉਹਦੇ ਜਿਹੜੇ ਨੈਟ ਐਸਟ ਸੀ ਉਹ 7500 ਦੇ ਹੋ ਗਏ, ਠੀਕ ਹੈ। ਜੇ ਬਿਜ਼ਨਸ ਦੇ ਓਨਰ ਨੇ ਵਿਡਰੋ ਕਰਾ ਲਿਆ, ਕੁਛ ਪੇਮੈਂਟ ਉਹਨੇ ਵਿਡਰੋ ਕਰਾ ਲਈ, ਕਿੰਨੀ ਕਰਾ ਲਈ, 1000 ਰੁਪਇਆ ਕਰਾ ਲਿਆ, ਯਾਨੀ ਕਿ ਉਹਨੇ ਮਹੀਨੇ ਵਿੱਚ 1000 ਰੁਪਇਆ ਵਿਡਰੋ ਕਰਾ ਲਿਆ। ਤਾਂ ਦੱਸੋ ਉਹਦੀ ਨੈਟ ਜਿਹੜੀ ਇਨਕਮ ਹੈ ਜਨਵਰੀ ਦੀ ਕਿੰਨੀ ਹੋਣੀ ਚਾਹੀਦੀ ਹੈ, 1500, 500, 2500, ਨਨ ਆਫ ਦਿਸ।
ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ। ਧਿਆਨ ਨਾਲ ਸੋਚਣਾ ਅਤੇ ਇਸਦਾ ਆਨਸਰ ਤੁਸੀਂ ਜ਼ਰੂਰ ਦੇਣਾ ਹੈ। ਠੀਕ ਹੈ। ਅਗਲਾ ਕੁਐਸਚਨ ਹੈ, ਨੈਟ ਐਸਟ ਆਫ ਦਾ ਬਿਜ਼ਨਸ ਔਨ 1 ਜਨਵਰੀ ਅਤੇ 31 ਜਨਵਰੀ 24,000, ਠੀਕ ਹੈ, ਅਤੇ 25,500। ਤਾਂ ਇਫ ਦਾ ਐਡੀਸ਼ਨਲ ਇਨਵੈਸਟਮੈਂਟ ਹੋ ਜਾਏ ਓਨਰ ਵੱਲੋਂ 1,000 ਦੀ, ਤਾਂ ਨੈਟ ਇਨਕਮ ਕਿੰਨੀ ਹੋਏਗੀ? ਦੱਸੋ। ਨੈਟ ਐਸਟ ਕਿੰਨੇ ਸੀ ਮੇਰੇ? 1 ਜਨਵਰੀ ਨੂੰ 24,000 ਅਤੇ 25,500 ਕਦੋਂ ਹੋਏ? ਮਹੀਨੇ ਦੇ ਅੰਤ ਵਿੱਚ। ਤਾਂ ਜੇ ਐਡੀਸ਼ਨਲ ਇਨਵੈਸਟਮੈਂਟ ਹੋ ਜਾਏ ਓਨਰ ਵੱਲੋਂ ਜਨਵਰੀ ਦੇ ਵਿੱਚ ਹੀ ਕੋਈ ਐਡੀਸ਼ਨਲ ਇਨਵੈਸਟਮੈਂਟ ਵੀ ਹੋਈ ਹੈ, ਤਾਂ ਦੱਸੋ ਮੈਨੂੰ ਨੈਟ ਇਨਕਮ ਕਿੰਨੀ ਬਣੀ ਮੇਰੀ? 1,500, 500, 2,500 ਜਾਂ 1,000 ਰੁਪਇਆ? ਸਮਝ ਗਏ ਨਾ ਕੁਐਸਚਨ? ਕੁਐਸਚਨ ਕਹਿਣਾ ਚਾਹ ਰਿਹਾ ਕਿ 1 ਜਨ ਨੂੰ ਮੇਰੇ ਨੈਟ ਐਸਟ 24,000 ਦੇ ਸੀ, ਠੀਕ ਹੈ, ਅਤੇ 31 ਜਨ ਨੂੰ ਮੇਰੇ 25,500 ਦੇ ਸੀ, ਠੀਕ ਹੈ, 25,500 ਦੇ ਹੋ ਗਏ। ਅਤੇ ਇਨਵੈਸਟਮੈਂਟ ਪੂਰੇ ਜਨ ਵਿੱਚ ਕਿੰਨੇ ਦੀ ਹੋਈ? 1,000 ਦੀ ਹੋਈ, ਠੀਕ ਹੈ, ਇਨਵੈਸਟਮੈਂਟ 1,000 ਦੀ ਹੋਈ। ਤਾਂ ਉਹ ਨੈਟ ਇਨਕਮ ਪੁੱਛ ਰਿਹਾ ਉਹ, ਦੱਸੋ ਕਿੰਨੀ ਹੋਏਗੀ? 1,500, 500, 2,500 ਅਤੇ 1,000। ਕਿੰਨਾਂ 'ਚੋਂ ਕੀ ਹੋਏਗਾ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੇਣਾ। ਠੀਕ ਹੈ ਫਰੈਂਡਸ, 2 ਕੁਐਸਚਨ ਪੁੱਛੇ ਨੇ ਤੁਹਾਡੇ ਤੋਂ, 29 ਅਤੇ 30। ਠੀਕ ਹੈ। ਸੋ ਅੱਜ ਲਈ ਇੰਨਾ ਹੀ, ਅਤੇ ਆਪਣਾ ਇੱਕ ਸਕੋਰ ਜ਼ਰੂਰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਹੁਣ ਆਪਾਂ ਕੱਲ੍ਹ ਮਿਲਾਂਗੇ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ ਅਤੇ ਸ਼ੇਅਰ ਕਰਿਓ। ਠੀਕ ਹੈ ਫਰੈਂਡਸ, ਓਕੇ, ਥੈਂਕ ਯੂ।